मित्र अरूसा आलम के कथित ISI कनैक्शन की पंजाब सरकार करवाएगी जांच। डिप्टी CM सुखजिंदर रंधावा का बड़ा बयान। DGP ने मामले की जांच लई कहांगे। मौड़ मंडी धमाके की मुड़ जांच करवाएगी पंजाब सरकार। रंधावा ने जांच नूं लैके कैप्टन से चुके सवाल पूछया, नैशनल सिक्योरिटी की गल करने वाले इस मामले नूं क्यों नहीं सुलझा पाए। हिमाचल जिमनी चोणां नूं लैके जोर शोर नाल प्रचार विच जुटे मुख्यमंत्री जयराम ठाकुर। कांगड़ा के फतेहपुर विच ठोकिया जित का दावा, बोले जित की दहलीज ते खड़ी है BJP। पंजाब विच बेखौफ होए गैंगस्टर। अमृतसर विच नामी डॉक्टर तो मंगी 1 करोड़ की फिरौती। जेल विच बंद गैंगस्टर जग्गू भगवानपुरी ते इल्जाम। मुक्तसर विच भी महिला तो मंगे गए 50 लाख रुपए। बहादुरगढ़ विच दर्दनाक हादसे विच 8 लोगों की मौत। तेज रफ्तार ट्रक ने कार नूं पिछों मारी टक्कर। ट्रक चालक मौके तो फरार। सत श्री अकाल, एक बार फिर तो स्वागत है न्यूज़ 18 पंजाब देख रहे सारे दर्शकों का। मैं तुहाडे नाल भुलजीत सिंह ते बुलेटिन दे विच सब तो पहला गल करते हैं वड्डी खबर जिहड़ी कि मानसा तो आ रही है। मानसा दे विच हादसे दे विच जख्मी नौजवान की जिहड़ी है मौत हो चुकी है। मौत तो बाद परिवार ने सड़क उत्ते जाम लगा दिता है। नौजवान की लाश नाल परिवार धरने उत्ते बैठ गया है। मृतक के परिवार ने पुलिस ते बेहद गंभीर इल्जाम लगाए ने। परिवार मुताबक जो जख्मी दर्शन सिंह नूं इलाज लई लुधियाणे लिजाया जा रहा सी तो थाणा झुनीर की पुलिस ने एंबूलेंस नूं रोक लिया और चाबी भी कढ़ लई। मरीज की हालत नाजुक होने के बावजूद भी एंबूलेंस नूं काफ़ी समय तक रोकया गया। बाद विच लुधियाणे जाते वेले रस्ते विच ही दर्शन सिंह ने दम तोड़ दिता। तां दुखी ते गुस्से नाल भरे परिवार ने पिंड वालियां ने सड़क उत्ते लाश रख के प्रदर्शन शुरू कर दिता है। उन्हां दी मांग है कि मुलजम पुलिसकर्मियों के खिलाफ कतल का मामला दर्ज किया जाए। तां वड्डी खबर इस वेले दी मानसा तो आ रही है जिथे कि पुलिस प्रशासन के खिलाफ लोगों का गुस्सा फुटिया। जख्मी दर्शन सिंह नूं जदों हॉस्पिटल ਲਈ लुधियाणे लिजाया जा रहा ਸੀ ਤਾਂ ਝੁਨੀਰ ਦੇ ਵਿੱਚ ਪੈਂਦੀ पुलिस के ਵੱਲੋਂ ਉਹਨਾਂ ਦੀ ਐਂਬੂਲੈਂਸ ਨੂੰ ਰਸਤੇ ਵਿੱਚ ਰੋਕ ਲਿੱਤਾ ਗਿਆ। ਨਾ ਕਿ ਰੋਕਿਆ ਗਿਆ ਬਲਕਿ ਐਂਬੂਲੈਂਸ ਦੀ ਚਾਬੀ ਨੂੰ ਵੀ ਕੱਢ ਲਿਆ ਗਿਆ। ਜਿਵੇਂ ਕਿ ਪਰਿਵਾਰਕ ਮੈਂਬਰਾਂ ਦੇ ਇਲਜ਼ਾਮ ਨੇ। ਉਹਨਾਂ ਨੇ ਕਿਹਾ ਕਿ ਮਰੀਜ਼ ਦੀ ਹਾਲਤ ਨਾਜ਼ੁਕ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਉੱਥੋਂ ਕਾਫੀ ਦੇਰ ਤੱਕ ਨਹੀਂ ਜਾਣ ਦਿੱਤਾ ਗਿਆ। ਬਾਅਦ ਦੇ ਵਿੱਚ ਲੁਧਿਆਣੇ ਜਾਂਦੇ ਸਮੇਂ ਰਸਤੇ ਵਿੱਚ ਹੀ ਦਰਸ਼ਨ ਸਿੰਘ ਨੇ ਦਮ ਤੋੜ ਦਿੱਤਾ। ਹੁਣ ਗੁੱਸੇ ਵਿੱਚ ਆਏ ਪਰਿਵਾਰ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਮ੍ਰਿਤਕ ਦੀ ਲਾਸ਼ ਸੜਕ ਉੱਪਰ ਰੱਖ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉਹਨਾਂ ਨੇ ਮੰਗ ਕੀਤੀ ਹੈ ਕਿ ਮੁਲਜ਼ਮ ਪੁਲਿਸਕਰਮੀਆਂ ਦੇ ਉੱਪਰ ਜਿਹੜਾ ਹੈ ਉਹ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ। ਐਂਬੂਲੈਂਸ ਨਾਲ ਇੱਕ ਕਰਮਚਾਰੀ ਵੱਲੋਂ ਬਦਸਲੂਕੀ ਕੀਤੀ ਗਈ ਸੀ, ਉਹਦੇ ਸੰਬੰਧ 'ਚ ਇਹਨਾਂ ਨੇ ਦਰਖਾਸਤ ਦਿੱਤੀ ਹੈਗੀ। ਉਹਦੀ ਪੜਤਾਲ ਕਰ ਰਹੇ ਆ। ਜੋ ਪੜਤਾਲ ਦੇ ਸਾਹਮਣੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇੱਕ ਥਾਣੇਦਾਰ ਸੀ, ਇੱਥੇ 4 EPO ਸੀ। ਜਿੰਨਾ ਚਿਰ ਇਸ ਬੰਦੇ ਤਾਂ ਪਰਿਵਾਰ ਦੇ ਵੱਲੋਂ ਹੁਣ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ, ਜਿਵੇਂ ਕਿ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ। ਇਸ ਖਬਰ ਤੇ ਗੱਲਬਾਤ ਕਰਦੇ ਹਾਂ ਸਾਡੇ ਸਹਿਯੋਗੀ ਬਲਦੇਵ ਸ਼ਰਮਾ ਜੁੜ ਰਹੇ ਨੇ ਮਾਨਸਾ ਤੋਂ। ਬਲਦੇਵ, ਤਾਂ ਵੱਡੇ ਇਲਜ਼ਾਮ ਲੱਗ ਰਹੇ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਉੱਪਰ। ਕਿਹਾ ਜਾ ਰਿਹਾ ਕਿ ਉਹਨਾਂ ਦੀ ਐਂਬੂਲੈਂਸ ਨੂੰ ਰਸਤੇ ਵਿੱਚ ਹੀ ਰੋਕ ਦਿੱਤਾ ਗਿਆ ਪੁਲਿਸ ਦੇ ਵੱਲੋਂ ਔਰ ਚਾਬੀ ਤੱਕ ਕੱਢ ਲੇਗੀ। ਕੀ ਕੁਝ ਮਾਮਲੇ ਵਿੱਚ ਅਪਡੇਟ ਔਰ ਪੂਰਾ ਮਾਮਲਾ ਵਿਸਥਾਰ ਨਾਲ ਜਾਣਨਾ ਚਾਹੁੰਦੇ ਹਾਂ। ਜੀ ਭੁੱਲਰ ਮਾਨਸਾ ਜ਼ਿਲ੍ਹੇ ਦਾ ਕਸਬਾ ਹੈ ਝੁਨੀਰ, ਜਿੱਥੇ ਇੱਕ ਦਰਸ਼ਨ ਸਿੰਘ ਨਾਮ ਦਾ ਨੌਜਵਾਨ ਹੈ ਜਿਹੜਾ ਐਕਸੀਡੈਂਟ ਦੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ। ਉਸ ਨੂੰ ਪਹਿਲਾਂ ਸਰਸਿੰਘ ਲਿਆ ਗਿਆ, ਉਸ ਤੋਂ ਬਾਅਦ ਉਹਨੂੰ ਰੈਫਰ ਕੀਤਾ ਸੀਗਾ ਲੁਧਿਆਣੇ। ਜਿਵੇਂ ਹੀ ਉਹ ਐਂਬੂਲੈਂਸ ਪਾ ਕੇ ਦਰਸ਼ਨ ਸਿੰਘ ਨੂੰ ਲੁਧਿਆਣੇ ਲਿਜਾਣ ਲੱਗੇ ਤਾਂ ਝੁਨੀਰ ਥਾਣੇ ਦੇ ਪੁਲਿਸ ਨੇ ਇੱਕ ਨਾਕਾ ਲਾਇਆ ਹੋਇਆ ਸੀ। ਨਾਕੇ ਤੇ ਦੋਸ਼ ਹੈ ਪਰਿਵਾਰ ਦਾ ਕਿ ਸਾਰੇ ਜਿਹੜੇ ਕਰਮਚਾਰੀ ਹੈ ਉਹ ਸ਼ਰਾਬੀ ਹਾਲਤ 'ਚ ਸੀ। ਉਹਨਾਂ ਨੇ ਐਂਬੂਲੈਂਸ ਨੂੰ ਰੋਕੀ ਰੱਖਿਆ ਤੇ ਉਹਦੀ ਚਾਬੀ ਕੱਢ ਲਈ। ਕਰੀਬ 1 ਘੰਟਾ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ। ਉਸ ਤੋਂ ਬਾਅਦ ਜਦੋਂ ਉਹ ਲਿਜਾਣ ਲੱਗੇ ਦਰਸ਼ਨ ਸਿੰਘ ਨੂੰ ਤਾਂ ਉਹਦੀ ਮੌਤ ਹੋ ਗਈ। ਇਸ ਤੋਂ ਗੁੱਸੇ ਵਿੱਚ ਆਏ ਜਿਹੜੇ ਉਹਦੇ ਪਰਿਵਾਰ ਦੇ ਮੈਂਬਰ, ਉਹਨਾਂ ਨੇ ਉਹਦੀ ਲਾਸ਼ ਹੈ ਜਿਹੜੀ ਥਾਣਾ ਝੁਨੀਰ ਦੇ ਅੱਗੇ ਮੇਨ ਰੋਡ ਤੇ ਰੱਖ ਕੇ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਜਿਹੜੇ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਪੁਲਿਸ ਕਰਮਚਾਰੀ ਉਸਦੇ ਮੌਤ ਦਾ ਕਾਰਨ ਬਣੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋਵੇ। ਫਿਲਹਾਲ ਉਹਨਾਂ ਦੀ ਜਿਹੜੀ 5 ਬੰਦੇ ਹੈ ਜਿਹੜੇ ਪਰਿਵਾਰ ਦੇ, ਉਹ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਆ। ਕੀ ਸਿੱਟਾ ਨਿਕਲਦਾ ਹੈ, ਮੰਗ ਹੈ ਕਿ ਉਹਨਾਂ ਤੇ ਮਾਮਲਾ ਦਰਜ ਹੋਵੇ। ਹੁਣ ਦੇਖਦੇ ਹਾਂ ਪੁਲਿਸ ਕੀ ਕਾਰਵਾਈ ਕਰਦੀ ਹੈ। ਕੀ ਪੁਲਿਸ ਬਿਲਕੁਲ, ਤਾਂ ਪੁਲਿਸ ਹੁਣ ਦੇਖਦੇ ਹਾਂ ਇਸ ਦੇ ਉੱਪਰ ਕਿਸ ਤਰੀਕੇ ਦੀ ਕਾਰਵਾਈ ਕਰਦੀ ਹੈ ਔਰ ਕੀ ਲੱਗ ਰਿਹਾ ਕਿ ਜਿਹੜਾ ਹੁਣ ਜਾਮ ਦੀ ਗੱਲ ਕੀਤੀ ਗਈ ਹੈ, ਜਿਵੇਂ ਕਿ ਪਿੰਡ ਵਾਸੀਆਂ ਨਾਲ ਮਿਲ ਕੇ ਜਾਮ ਲਗਾਇਆ ਜਾ ਰਿਹਾ, ਕਿ ਕਿਸੇ ਆਲਾ ਅਧਿਕਾਰੀ ਨੇ ਜਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਮੌਕੇ ਤੇ ਪਹੁੰਚ ਕੇ ਉਹਨਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਿਲਕੁਲ, ਇੱਕ ਵਾਰੀ ਜਿਹੜੀ ਧਰਨਾ ਹੈਗਾ ਉਹਨੂੰ ਪਰਾਂ ਕਰਾ ਦਿੱਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਬਣਦੀ ਕਾਰਵਾਈ ਹੈ ਕਰ ਰਹੀ ਹੈ। ਫਿਲਹਾਲ ਮੀਟਿੰਗ ਚੱਲ ਰਹੀ ਹੈ ਪਰਿਵਾਰ ਦੇ ਨਾਲ ਤੇ ਕੁਝ ਮਿੰਟਾਂ ਦੇ ਵਿੱਚ ਹੀ ਜਿਹੜਾ ਫੈਸਲਾ ਆ ਜਾਣਾ।
ਫਿਲਹਾਲ ਜਿਹੜਾ ਧਰਨਾ ਹੈ ਉੱਥੋਂ ਚੱਕ ਲਿਆ ਗਿਆ। ਜੀ ਬਿਲਕੁਲ, ਤਾਂ ਧਰਨੇ ਨੂੰ ਪਰੇ ਕਰ ਦਿੱਤਾ ਗਿਆ, ਰੋਡ ਖੋਲ ਦਿੱਤਾ ਗਿਆ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜੇ ਗੱਲ ਕੀਤੀ ਜਾਵੇ ਤਾਂ ਪਰਿਵਾਰ ਦੇ ਨਾਲ ਮੀਟਿੰਗ ਇਸ ਵੇਲੇ ਜਾਰੀ ਹੈ ਔਰ ਥੋੜੀ ਦੇਰ ਬਾਅਦ ਫਿਰ ਤੁਹਾਡੇ ਕੋਲ ਆਵਾਂਗੇ, ਅਪਡੇਟ ਲਵਾਂਗੇ। ਫਿਲਹਾਲ ਦੇ ਲਈ ਬਲਦੇਵ ਬਹੁਤ ਬਹੁਤ ਧੰਨਵਾਦ। ਤਾਂ ਮ੍ਰਿਤਕ ਦੇਹ ਨੂੰ ਸੜਕ ਦੇ ਉੱਪਰ ਰੱਖ ਕੇ ਪਰਿਵਾਰ ਦੇ ਜਿਹੜੇ ਮੈਂਬਰ ਸੀ ਉਹ ਪ੍ਰਦਰਸ਼ਨ ਕਰ ਰਹੇ ਸੀ, ਪਰ ਹੁਣ ਅਧਿਕਾਰੀ ਪਹੁੰਚੇ ਨੇ, ਉਹਨਾਂ ਨਾਲ ਮੀਟਿੰਗ ਜਾਰੀ ਹੈ। ਤਾਂ ਉਧਰ ਖੰਨਾ ਤੋਂ ਬੜੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ। ਮਾਛੀਵਾੜਾ ਅਧੀਨ ਪੈਂਦੇ ਪਿੰਡ ਸ਼ਤਾਬਗੜ੍ਹ ਦੇ ਵਿੱਚ 3 ਲੜਕਿਆਂ ਨੇ ਜਿਸ ਨੌਜਵਾਨ ਕੁੜੀ ਦੇ ਨਾਲ ਗੈਂਗਰੇਪ ਕੀਤਾ ਸੀ ਉਸ ਦੀ ਮੌਤ ਹੋ ਗਈ ਹੈ। ਲੜਕੀ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਉਸ ਨਾਲ ਜਬਰ ਜਨਾਹ ਕੀਤਾ ਗਿਆ ਸੀ। 3 ਦਿਨਾਂ ਤੋਂ ਲੜਕੀ ਦੀ ਹਾਲਤ ਗੰਭੀਰ ਸੀ। ਲੁਧਿਆਣਾ ਦੇ ਸਰਕਾਰੀ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ, ਪਰ ਇਲਾਜ ਦੌਰਾਨ ਹੀ ਲੜਕੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮਾਮਲਾ ਤਾਂ ਪਹਿਲਾਂ ਹੀ ਦਰਜ ਕਰ ਲਿਆ ਸੀ ਅਤੇ ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਉਧਰ ਪਰਿਵਾਰ ਨੇ ਵੀਰਵਾਰ ਦੀ ਸ਼ਾਮ ਲੜਕੀ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਹੈ। ਪਰਿਵਾਰ ਮੰਗ ਕਰ ਰਿਹਾ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਤਾਂ ਬੁਲਟਨ ਦੇ ਵਿੱਚ ਹੁਣ ਨਜ਼ਰ ਪਾ ਲੈਂਦੇ ਹਾਂ ਟੌਪ ਨਿਊਜ਼ ਤੇ। ਕੈਪਟਨ ਦੀ ਮਹਿਲਾ ਮਿੱਤਰ ਅਰੂਸਾ ਆਲਮ ਦੇ ਕਥਿਤ ISI ਕਨੈਕਸ਼ਨ ਦੀ ਪੰਜਾਬ ਸਰਕਾਰ ਜਾਂਚ ਕਰਵਾਏਗੀ। ਡਿਪਟੀ CM ਸੁਖਜਿੰਦਰ ਰੰਧਾਵਾ ਨੇ ਵੱਡਾ ਬਿਆਨ ਦਿੱਤਾ। ਰੰਧਾਵਾ ਨੇ ਕਿਹਾ ਕਿ ਉਹ DGP ਨੂੰ ਮਾਮਲੇ ਦੀ ਜਾਂਚ ਲਈ ਕਹਿਣਗੇ। ਰੰਧਾਵਾ ਨੇ ਕੈਪਟਨ ਨੂੰ ਵੀ ਨਿਸ਼ਾਨੇ ਤੇ ਲਿਆ ਤੇ ਕਿਹਾ ਕਿ ਕੈਪਟਨ ਨੇ ਖੁਦ ISI ਤੋਂ ਖਤਰਾ ਹੋਣ ਦੀ ਗੱਲ ਕਹੀ ਸੀ। ਉਹਨਾਂ ਸਵਾਲ ਕੀਤਾ ਕਿ ਪਿਛਲੇ 4.5 ਸਾਲਾਂ ਵਿੱਚ ਪੰਜਾਬ ਵਿੱਚ ਖਤਰਾ ਨਹੀਂ ਸੀ, ਹੁਣ 1 ਮਹੀਨੇ ਵਿੱਚ ਖਤਰਾ ਕਿਵੇਂ ਆ ਗਿਆ। ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਕੈਪਟਨ ਤੇ ਸ਼ਬਦੀ ਵਾਰ ਕੀਤੇ ਨੇ ਤੇ ਅਰੂਸਾ ਆਲਮ ਨੂੰ ਲੈ ਕੇ ਸਵਾਲ ਚੁੱਕੇ ਨੇ ਤੇ ਕਿਹਾ ਕਿ ਅਰੂਸਾ ਆਲਮ ਦੀ ਮਹਿਮਾਨ ਨਵਾਜ਼ੀ ਕਰਨ ਵਾਲੇ ਕੈਪਟਨ ਭਾਜਪਾ ਲਈ ਦੇਸ਼ ਭਗਤ ਕਿਵੇਂ ਬਣ ਗਏ। ਕੈਪਟਨ ਅਮਰਿੰਦਰ ਉੱਤੇ ਰਾਜਾ ਵੜਿੰਗ ਨੇ ਵੀ ਸ਼ਬਦੀ ਹਮਲੇ ਕੀਤੇ ਨੇ। ਉਹਨਾਂ ਕਿਹਾ ਕਿ ਕੰਪਰੋਮਾਈਜ਼ CM ਦੱਸਿਆ। ਵੜਿੰਗ ਨੇ ਕਿਹਾ ਕਿ ਕੈਪਟਨ ਦਾ ਅਲੱਗ ਪਾਰਟੀ ਬਣਾਉਣਾ ਵੀ ਸਮਝੌਤੇ ਦਾ ਹਿੱਸਾ ਹੈ। ਡਿਪਟੀ CM ਸੁਖਜਿੰਦਰ ਰੰਧਾਵਾ ਨੇ ਮੌੜ ਮੰਡੀ ਧਮਾਕੇ ਦੀ ਜਾਂਚ ਨੂੰ ਲੈ ਕੇ ਵੀ ਕੈਪਟਨ ਤੇ ਸਵਾਲ ਚੁੱਕੇ। ਉਹਨਾਂ ਨੇ ਪੁੱਛਿਆ ਕਿ ਨੈਸ਼ਨਲ ਸਿਕਿਉਰਿਟੀ ਦੀ ਗੱਲ ਕਰਨ ਵਾਲੇ ਕੈਪਟਨ ਮੁੱਖ ਮੰਤਰੀ ਰਹਿੰਦਿਆਂ ਮੌੜ ਮੰਡੀ ਧਮਾਕੇ ਦਾ ਮਸਲਾ ਕਿਉਂ ਨਹੀਂ ਸੁਲਝਾ ਪਾਏ। ਡਿਪਟੀ CM ਨੇ ਕਿਹਾ ਕਿ ਮੌੜ ਮੰਡੀ ਬਲਾਸਟ ਦੀ ਦੁਬਾਰਾ ਜਾਂਚ ਕਰਵਾਈ ਜਾਵੇਗੀ ਅਤੇ ਅਸਲ ਦੋਸ਼ੀਆਂ ਨੂੰ ਸਾਹਮਣੇ ਲਿਆਇਆ ਜਾਵੇਗਾ। ਦੱਸ ਦਈਏ ਕਿ 2017 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਹਰਮਿੰਦਰ ਜੱਸੀ ਦੀ ਚੋਣ ਰੈਲੀ ਵਿੱਚ ਧਮਾਕਾ ਹੋਇਆ ਸੀ, ਜਿਸ ਵਿੱਚ 7 ਮੌਤਾਂ ਹੋਈਆਂ ਸਨ। ਖੇਤੀ ਕਾਨੂੰਨਾਂ ਦੇ ਮੁੱਦੇ ਤੇ ਕੈਪਟਨ ਅਤੇ ਸਿੱਧੂ ਆਮੋ ਸਾਹਮਣੇ ਹੋ ਗਏ ਨੇ। ਸਿੱਧੂ ਨੇ ਕੈਪਟਨ ਦੀ ਪੁਰਾਣੀ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਖੇਤੀ ਕਾਨੂੰਨਾਂ ਦਾ ਘਾੜਾ ਦੱਸਿਆ, ਜਿਸ ਤੇ ਪਲਟਵਾਰ ਕਰਦਿਆਂ ਕੈਪਟਨ ਨੇ ਸਿੱਧੂ ਨੂੰ ਝੂਠਾ ਅਤੇ ਧੋਖੇਬਾਜ਼ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਹਰੀਸ਼ ਰਾਵਤ ਤੇ ਪਲਟਵਾਰ ਕੀਤਾ ਤੇ ਕਿਹਾ ਕਿ ਸੈਕੂਲਰਿਜ਼ਮ ਦਾ ਰੌਲਾ ਬੰਦ ਕੀਤਾ ਜਾਵੇ। ਨਵਜੋਤ ਸਿੱਧੂ, ਪ੍ਰਗਟ ਸਿੰਘ ਅਤੇ ਹੋਰ ਕੌਮੀ ਲੀਡਰਾਂ ਦਾ ਨਾਮ ਲੈ ਕੇ ਉਹਨਾਂ ਕਿਹਾ ਕਿ ਜੇ ਮੈਂ ਨਹੀਂ ਤਾਂ ਫਿਰ ਇਹ ਸੈਕੂਲਰ ਕਿਵੇਂ ਹੋ ਗਏ। ਸੰਯੁਕਤ ਕਿਸਾਨ ਮੋਰਚੇ ਨੇ ਯੋਗੇਂਦਰ ਯਾਦਵ ਨੂੰ 1 ਮਹੀਨੇ ਲਈ ਸਸਪੈਂਡ ਕਰ ਦਿੱਤਾ ਹੈ। ਯੋਗੇਂਦਰ ਯਾਦਵ ਲਖੀਮਪੁਰ ਕਾਂਡ ਵਿੱਚ ਮਾਰੇ ਗਏ BJP ਵਰਕਰ ਦੇ ਘਰ ਗਏ ਸਨ। ਇਸ ਤੋਂ ਬਾਅਦ ਮੋਰਚੇ ਨੇ ਫੈਸਲਾ ਲਿਆ। ਲਖੀਮਪੁਰ ਵਿੱਚ ਸ਼ਹੀਦ ਕਿਸਾਨਾਂ ਤੇ ਪੱਤਰਕਾਰ ਦਾ ਅਸਥੀਆਂ ਦਾ ਕਲਸ਼ ਲੈ ਕੇ ਭਵਾਨੀਗੜ੍ਹ ਪਹੁੰਚੇ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਹ ਸਰਕਾਰ ਦੇ ਜੁਰਮ ਤੋਂ ਡਰਨ ਵਾਲੇ ਨਹੀਂ। ਸੰਯੁਕਤ ਕਿਸਾਨ ਮੋਰਚੇ ਨੇ ਸਿੰਘੂ ਬਾਰਡਰ ਤੇ ਹੋਏ ਕਤਲ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। SKM ਨੇ ਇਸ ਕਤਲकांड ਨੂੰ ਕਿਸਾਨਾਂ ਨੂੰ ਫਸਾਉਣ ਤੇ ਬਦਨਾਮ ਕਰਨ ਦੀ ਕੋਸ਼ਿਸ਼ ਦੱਸਿਆ। ਸੰਯੁਕਤ ਕਿਸਾਨ ਮੋਰਚੇ ਨੇ ਮੌਜੂਦਾ ਸਥਿਤੀ ਤੇ ਫਸਲ ਦੇ ਮੌਸਮ ਕਾਰਨ ਲਖਨਊ ਵਿੱਚ 26 ਅਕਤੂਬਰ ਨੂੰ ਹੋਣ ਵਾਲੀ ਕਿਸਾਨ ਮਹਾਂ ਪੰਚਾਇਤ ਨੂੰ 22 ਨਵੰਬਰ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਹੈ। SKM ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਨੂੰ ਲੈ ਕੇ 26 ਅਕਤੂਬਰ ਨੂੰ ਪੂਰੇ ਭਾਰਤ ਵਿੱਚ ਧਰਨਾ ਦੇਣ ਦਾ ਸੱਦਾ ਵੀ ਦਿੱਤਾ ਹੈ। ਸਿੰਘੂ ਬਾਰਡਰ ਤੇ ਕਤਲ ਕੀਤੇ ਗਏ ਲਖਬੀਰ ਸਿੰਘ ਖਿਲਾਫ ਬੇਅਦਬੀ ਦਾ ਕੇਸ ਦਰਜ ਕੀਤਾ ਗਿਆ, ਜਿਸ ਦੀ ਜਾਣਕਾਰੀ ਸੋਨੀਪਤ ਦੇ DSP ਨੇ ਦਿੱਤੀ ਹੈ। ਦਿੱਲੀ ਦੀਆਂ ਹੱਦਾਂ ਘੇਰ ਕੇ ਬੈਠੇ ਕਿਸਾਨਾਂ ਉੱਤੇ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ ਤੇ ਕਿਹਾ ਕਿ ਕਿਸਾਨਾਂ ਨੂੰ ਅੰਦੋਲਨ ਵਿੱਚ ਅਧਿਕਾਰ ਹੈ, ਪਰ ਸੜਕਾਂ ਜਾਮ ਨਹੀਂ ਕਰ ਸਕਦੇ। ਸੁਪਰੀਮ ਕੋਰਟ ਨੇ ਕਿਸਾਨ ਜਥੇਬੰਦੀਆਂ ਤੋਂ 3 ਹਫ਼ਤਿਆਂ ਵਿੱਚ ਜਵਾਬ ਮੰਗਿਆ। ਮਾਮਲੇ ਦੀ ਅਗਲੀ ਸੁਣਵਾਈ 7 ਦਸੰਬਰ ਨੂੰ ਹੋਵੇਗੀ। ਸੁਪਰੀਮ ਕੋਰਟ ਦੀ ਸਖਤ ਚੇਤਾਵਨੀ ਦੇ ਵਿਚਾਲੇ ਕਿਸਾਨਾਂ ਨੇ ਗਾਜ਼ੀਪੁਰ ਬਾਰਡਰ ਵਿੱਚ ਤੇ ਸਰਵਿਸ ਲਾਈਨ ਖੋਲ੍ਹ ਦਿੱਤੀ ਹੈ। ਗਾਜ਼ੀਆਬਾਦ ਤੋਂ ਗਾਜ਼ੀਪੁਰ ਮੰਡੀ ਜਾਣ ਵਾਲੀ ਸੜਕ ਖੋਲ੍ਹੀ ਗਈ ਹੈ। ਕਿਸਾਨ ਆਗੂ ਗੁਰਕੇਸ਼ ਟਕੈਤ ਨੇ ਕਿਹਾ ਕਿ ਰਸਤਾ ਕਿਸਾਨਾਂ ਨੇ ਨਹੀਂ ਸਗੋਂ ਦਿੱਲੀ ਪੁਲਿਸ ਨੇ ਰੋਕਿਆ ਹੋਇਆ ਹੈ। ਵੈਕਸੀਨੇਸ਼ਨ ਦਾ ਅੰਕੜਾ 100 ਕਰੋੜ ਹੋਣ ਤੇ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਵਧਾਈ ਦਿੱਤੀ ਹੈ। PM ਨੇ ਕਿਹਾ ਕਿ ਕੋਰੋਨਾ ਖਿਲਾਫ ਲੜਾਈ ਵਿੱਚ ਦੇਸ਼ ਦੀ ਤਾਕਤ ਤੇ ਸਵਾਲ ਚੁੱਕੇ ਗਏ ਸਨ ਅਤੇ 100 ਕਰੋੜ ਵੈਕਸੀਨ ਉਸੇ ਦਾ ਜਵਾਬ ਹੈ।
ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਆਪਣਾ 21 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਤੇ ਕਿਹਾ ਕਿ ਉਹਨਾਂ ਦੇ ਕਾਰਜਕਾਲ ਵਿੱਚ ਮਾਫੀਆ ਤੇ ਕਾਰਵਾਈ ਹੋਈ ਹੈ ਤੇ ਖਜ਼ਾਨੇ ਵਿੱਚ 8 ਕਰੋੜ ਦੀ ਰਕਮ ਆਈ ਹੈ। ਨਾਲ ਹੀ ਵਿਰੋਧੀਆਂ ਨੇ ਪੁੱਛਿਆ ਕਿ ਹੁਣ ਜਿਹੜਾ ਘਾਟਾ ਪਿਆ ਹੈ ਉਸ ਦੀ ਭਰਪਾਈ ਕੌਣ ਕਰੇਗਾ। ਹਿਮਾਚਲ ਜ਼ਿਮਨੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਜੈਰਾਮ ਠਾਕੁਰ ਜ਼ੋਰ ਸ਼ੋਰ ਨਾਲ ਪ੍ਰਚਾਰ ਵਿੱਚ ਜੁਟ ਗਏ ਨੇ। ਕਾਂਗੜਾ ਦੇ ਫਤਿਹਪੁਰ ਵਿੱਚ ਜੈਰਾਮ ਠਾਕੁਰ ਨੇ ਜਿੱਤ ਦਾ ਦਾਅਵਾ ਠੋਕਿਆ ਤੇ ਕਿਹਾ ਕਿ ਬੀਜੇਪੀ ਜਿੱਤ ਦੀ ਦਹਿਲੀਜ਼ ਤੇ ਖੜੀ ਹੈ। ਨੌਜਵਾਨ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਵਿਧਾਇਕ ਜੋਗਿੰਦਰਪਾਲ ਨੇ ਸਫਾਈ ਦਿੱਤੀ ਹੈ ਤੇ ਕਿਹਾ ਕਿ ਮੁੰਡੇ ਦੀ ਗਲਤ ਭਾਸ਼ਾ ਕਾਰਨ ਉਹਨਾਂ ਦਾ ਹੱਥ ਉਸ ਤੇ ਉੱਠ ਗਿਆ ਅਤੇ ਨੌਜਵਾਨ ਵੱਲੋਂ ਗਲਤੀ ਮੰਨਣ ਤੋਂ ਬਾਅਦ ਸਮਝੌਤਾ ਹੋ ਗਿਆ। ਅੰਮ੍ਰਿਤਸਰ ਵਿੱਚ ਸੁਨਾਮੀ ਡਾਕਟਰ ਤੋਂ 1 ਕਰੋੜ ਦੀ ਫਰੌਤੀ ਮੰਗਣ ਵਾਲਾ ਮਾਮਲਾ ਸਾਹਮਣੇ ਆਇਆ। ਗੈਂਗਸਟਰ ਜੱਗੂ ਭਗਵਾਨਪੁਰੀਆ ਉੱਤੇ ਫਰੌਤੀ ਮੰਗਣ ਦੇ ਇਲਜ਼ਾਮ ਲੱਗੇ ਨੇ। ਪੀੜਤ ਡਾਕਟਰ ਮੁਤਾਬਕ ਫਰੌਤੀ ਨਾ ਦੇਣ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੁਕਤਸਰ ਵਿੱਚ ਪੋਲੀ ਕਲੀਨਿਕ ਹਸਪਤਾਲ ਦੀ ਮਾਲਕਣ ਤੋਂ 50 ਲੱਖ ਦੀ ਫਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ। ਪੀੜਤਾ ਮੁਤਾਬਕ ਫਰੌਤੀ ਮੰਗਣ ਵਾਲੇ ਨੇ ਪੈਸੇ ਨਾ ਦੇਣ ਤੇ ਉਸ ਦੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮਾਛੀਵਾੜਾ ਸਾਹਿਬ ਦੇ ਪਿੰਡ ਸ਼ਤਾਬਗੜ੍ਹ ਵਿੱਚ ਬਲਾਤਕਾਰ ਦਾ ਸ਼ਿਕਾਰ ਹੋਈ ਕੁੜੀ ਨੇ ਦਮ ਤੋੜ ਦਿੱਤਾ, ਜਿਸ ਪਿੰਡ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਲਜ਼ਾਮ ਹੈ ਕਿ 3 ਮੁਲਜ਼ਮਾਂ ਨੇ ਕੁੜੀ ਨੂੰ ਜ਼ਹਿਰ ਦੇ ਕੇ ਜ਼ਬਰ ਜਨਾਹ ਕੀਤਾ। ਪਰਿਵਾਰ ਨੇ ਮੁਲਜ਼ਮਾਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਹੈ। ਮਾਛੀਵਾੜਾ ਵਿੱਚ ਲੜਕੀ ਨਾਲ ਹੋਏ ਗੈਂਗਰੇਪ ਤੇ ਹੱਤਿਆ ਮਾਮਲੇ ਵਿੱਚ ਪੰਜਾਬ ਮਹਿਲਾ ਕਮਿਸ਼ਨ ਨੇ ਸਖਤੀ ਦਿਖਾਈ ਹੈ। ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮਾਮਲੇ ਉੱਤੇ ਸੋ ਮੋਟੋ ਨੋਟਿਸ ਲਿਆ। ਇਸ ਤੇ ਕਾਰਵਾਈ ਕਰਕੇ 25 ਅਕਤੂਬਰ ਤੱਕ ਰਿਪੋਰਟ ਸੌਂਪਣ ਲਈ ਕਿਹਾ। ਫਰੀਦਕੋਟ ਦੀ ਮਾਡਰਨ ਜੇਲ੍ਹ ਵਿੱਚ ਬੰਦ 2 ਕੈਦੀ ਫਰਾਰ ਹੋਣ ਦੇ ਮਾਮਲੇ ਵਿੱਚ 6 ਪੁਲਿਸ ਮੁਲਾਜ਼ਮਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਫਰੀਦਕੋਟ ਪੁਲਿਸ ਕੈਦੀਆਂ ਨੂੰ ਪੇਸ਼ੀ ਲਈ ਮੁਕੇਰੀਆਂ ਲੈ ਕੇ ਗਈ ਸੀ ਤੇ ਵਾਪਸੀ ਵੇਲੇ ਕੈਦੀ ਪੁਲਿਸ ਦੀ ਗੱਡੀ ਵਿੱਚੋਂ ਛਾਲ ਮਾਰ ਕੇ ਫਰਾਰ ਹੋ ਗਏ। ਬਠਿੰਡਾ ਵਿੱਚ 2 ਧਿਰਾਂ ਵਿਚਾਲੇ ਜ਼ਬਰਦਸਤ ਝੜਪ ਹੋਈ ਹੈ। ਇਸ ਦੌਰਾਨ ਹੋਈ ਫਾਇਰਿੰਗ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਜਦਕਿ ਇੱਕ ਹੋਰ ਸ਼ਖਸ ਜ਼ਖਮੀ ਹੋ ਗਿਆ। ਪੁਲਿਸ ਨੇ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਚਰਖੀ ਦਾਦਰੀ ਵਿੱਚ ਡੀਏਪੀ ਖਾਦ ਨਾ ਮਿਲਣ ਕਰਕੇ ਕਿਸਾਨਾਂ ਨੇ ਮੰਡੀ ਦੇ ਗੇਟ ਤੇ ਤਾਲਾ ਜੜ ਦਿੱਤਾ ਅਤੇ ਨਾਲ ਹੀ ਮੰਡੀ ਰੇਲਵੇ ਬੋਰਡ ਜਾਮ ਕਰ ਦਿੱਤਾ। ਨਾਹਨ ਵਿੱਚ ਪੁਲਿਸ ਤੇ ਮਰਨ ਵਰਤ ਉੱਤੇ ਬੈਠੇ ਗਊ ਸੇਵਕਾਂ ਨੂੰ ਜਬਰਨ ਉਠਾਉਣ ਦਾ ਇਲਜ਼ਾਮ ਲੱਗਿਆ। ਹਾਲਾਂਕਿ ਪੁਲਿਸ ਨੇ ਗਊ ਸੇਵਕ ਸਚਿਨ ਉਬਰਾਏ ਦੀ ਸਿਹਤ ਵਿਗੜਨ ਦਾ ਹਵਾਲਾ ਦਿੱਤਾ। ਸੋਨੀਪਤ ਵਿੱਚ ਬਿਜਲੀ ਦਾ ਕਰੰਟ ਲੱਗਣ ਨਾਲ 2 ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦੋਵੇਂ ਭਰਾ ਟਰੱਕ ਉੱਤੇ ਉਦੋਂ ਬਿਜਲੀ ਦੀਆਂ ਤਾਰਾਂ ਨੂੰ ਹਟਾ ਰਹੇ ਸੀ, ਅਚਾਨਕ ਇਹ ਹਾਦਸਾ ਵਾਪਰ ਗਿਆ। ਫਤਿਆਬਾਦ ਵਿੱਚ ਚੋਰ ਮੰਦਰ ਵਿੱਚ ਰੱਖੀ ਗੋਲਕ ਚੋਂ ਪੈਸੇ ਚੋਰੀ ਕਰਕੇ ਫਰਾਰ ਹੋ ਗਿਆ, ਜਿਸ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਨੇ। ਹਾਲਾਂਕਿ ਪਿੰਡ ਵਾਲਿਆਂ ਨੇ ਚੋਰਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪਾਣੀਪਤ ਵਿੱਚ ਇੱਕ ਕਾਰਪੇਟ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਜ਼ਿਆਦਾ ਸੀ ਆਸ-ਪਾਸ ਦੇ ਘਰਾਂ ਤੇ ਦੁਕਾਨਾਂ ਨੂੰ ਖਾਲੀ ਕਰਵਾਇਆ ਗਿਆ। ਕਈ ਘੰਟਿਆਂ ਦੀ ਕਰੜੀ ਮੁਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ। ਬਹਾਦਰਗੜ੍ਹ ਵਿੱਚ ਦਰਦਨਾਕ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋ ਗਈ ਹੈ। ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਪਿੱਛੋਂ ਟੱਕਰ ਮਾਰੀ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਲੰਧਰ ਵਿੱਚ ਟਰੱਕ ਦੀ ਚਪੇਟ ਵਿੱਚ ਆਉਣ ਨਾਲ ਸਕੂਟੀ ਸਵਾਰ 2 ਔਰਤਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੈ। ਦੋਵੇਂ ਮ੍ਰਿਤਕ ਔਰਤਾਂ ਜਲੰਧਰ ਦੇ ਮੋਹਨ ਵਿਹਾਰ ਇਲਾਕੇ ਦੀਆਂ ਰਹਿਣ ਵਾਲੀਆਂ ਸਨ। ਅੰਮ੍ਰਿਤਸਰ ਦੇ ਪਿੰਡ ਚੱਬਾ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ। ਕਿਸਾਨਾਂ ਨੇ ਕਿਹਾ ਕਿ ਉਹਨਾਂ ਕੋਲ ਪਰਾਲੀ ਦਾ ਕੋਈ ਹੱਲ ਨਹੀਂ ਹੈ ਤੇ ਮਜਬੂਰੀ ਵਿੱਚ ਪਰਾਲੀ ਨੂੰ ਅੱਗ ਲਗਾਉਣੀ ਪੈ ਰਹੀ ਹੈ। ਜਲੰਧਰ ਦੇ ਬਸਤੀਆਂ ਇਲਾਕੇ ਵਿੱਚ ਦੇਰ ਰਾਤ ਰਬੜ ਫੈਕਟਰੀ ਵਿੱਚ ਅੱਗ ਲੱਗ ਗਈ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਫੈਕਟਰੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਦੀਵਾਲੀ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਦਾ ਡੀਏ 3% ਵਧਾ ਦਿੱਤਾ ਹੈ, ਜਿਸ ਨਾਲ ਡੀਏ 28% ਤੋਂ ਵੱਧ ਕੇ 31% ਹੋ ਗਿਆ। ਇਸ ਵਾਧੇ ਨਾਲ ਪੈਨਸ਼ਨਕਾਰਾਂ ਨੂੰ ਵੀ ਫਾਇਦਾ ਹੋਵੇਗਾ। ਤਿਉਹਾਰੀ ਸੀਜ਼ਨ ਵਿੱਚ ਤੇਲ ਦੀਆਂ ਕੀਮਤਾਂ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ। ਅੱਜ ਫਿਰ ਪੈਟਰੋਲ ਡੀਜ਼ਲ 35 ਪੈਸੇ ਮਹਿੰਗਾ ਹੋਇਆ। ਅਕਤੂਬਰ ਵਿੱਚ ਹੀ ਕਰੀਬ ਪੈਟਰੋਲ ਡੀਜ਼ਲ ਦੀਆਂ ਕੀਮਤਾਂ 5 ਰੁਪਏ ਵੱਧ ਗਈਆਂ। ਵਧ ਰਹੀ ਮਹਿੰਗਾਈ ਦਾ ਬਾਜ਼ਾਰਾਂ ਤੇ ਵੀ ਅਸਰ ਦੇਖਣ ਨੂੰ ਮਿਲ ਰਿਹਾ। ਤਿਉਹਾਰੀ ਸੀਜ਼ਨ ਦੇ ਬਾਵਜੂਦ ਫਾਜ਼ਿਲਕਾ ਦੇ ਬਾਜ਼ਾਰਾਂ ਵਿੱਚ ਖਰੀਦਦਾਰਾਂ ਦੀ ਗਿਣਤੀ ਘਟ ਰਹੀ। ਦੁਕਾਨਦਾਰਾਂ ਨੇ ਕਿਹਾ ਕਿ ਮਹਿੰਗਾਈ ਨੇ ਉਹਨਾਂ ਦੇ ਕਾਰੋਬਾਰ ਤੇ ਮਾੜਾ ਅਸਰ ਪਾਇਆ ਹੈ। ਕਿਨੌਰ ਦੇ ਡੀਸੀ ਨੇ ਕਿਹਾ ਕਿ ਉੱਤਰਕਾਸ਼ੀ ਤੋਂ ਹਿਮਾਚਲ ਦੀ ਟੂਰਿਸਟਾਂ ਚਿਤਕੁਲ ਵਿੱਚ ਆਏ 11 ਲੋਕ ਲਾਪਤਾ ਹੋ ਗਏ ਨੇ, ਜਿਨ੍ਹਾਂ ਵਿੱਚੋਂ ਭਾਰੀ ਬਰਫ਼ਬਾਰੀ ਨਾਲ 5 ਦੀ ਮੌਤ ਹੋ ਚੁੱਕੀ ਹੈ ਤੇ 2 ਲੋਕ ਜ਼ਖਮੀ ਹੋ ਗਏ ਨੇ, ਜਦਕਿ 4 ਲੋਕ ਅਜੇ ਵੀ ਲਾਪਤਾ ਨੇ। ਲਾਹੌਲ ਸਪੀਤੀ ਵਿੱਚ ਭਾਰੀ ਬਰਫ਼ਬਾਰੀ ਤੇ ਬਾਰਿਸ਼ ਕਾਰਨ ਕਰੀਬ 80 ਸੈਲਾਨੀ ਫਸ ਗਏ ਨੇ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਕੀਤੇ ਜਾ ਰਹੇ ਨੇ। ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਸਾਰ ਭਰ ਵਿੱਚ ਵਸਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਦਿੱਤੇ ਗਏ ਸੰਦੇਸ਼ ਸਾਡੇ ਜੀਵਨ ਲਈ ਪ੍ਰੇਰਨਾ ਸਰੋਤ ਨੇ।